ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 18 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਰ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਲੱਗ ਰਿਹਾ ਹੈਗਾ ਭਈ ਉਹ ਰੇਸ ਦੇ ਵਿੱਚੋਂ ਬਾਹਰ ਹੋ ਜਾਣਗੇ। ਇੱਕ ਬੰਦਾ ਜੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਟੀਮ ਦੇ ਵਿੱਚੋਂ ਹੀ ਹੈਗਾ ਆ, ਉਹ ਕਹਿੰਦੇ ਭਈ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਹੁਣ ਐਡਮ ਸ਼ੇਫ, ਨੈਂਸੀ ਪਲੋਸੀ, ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ ਪ੍ਰੈਸ਼ਰ ਪੈ ਰਿਹਾ ਆ, ਸੋ ਲੱਗਦਾ ਵੀ ਬਹੁਤ ਜਲਦੀ ਇਸ ਰੇਸ ਦੇ ਵਿੱਚੋਂ ਬਾਹਰ ਹੋ ਜਾਣਗੇ। ਸੋਹਣੇ ਆ ਵੀ ਉਸ ਰੇਸ ਬਾਹਰ ਹੋਣ ਤੋਂ ਬਾਅਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਕੌਣ ਹੋਊਗਾ। ਜੇ ਕਮਲਾ ਹੈਰਿਸ ਦੇ ਨੂੰ ਨਹੀਂ ਲਿਆਂਦੇ ਤਾਂ ਇਹ ਇੱਕ ਬਹੁਤ ਵੱਡਾ ਕੁਐਸਚਨ ਹੋਊਗਾ, ਕਿਉਂਕਿ ਫਿਰ ਜਿਹੜੇ ਕਾਲੇ ਮੂਲ ਦੇ ਵੋਟਰਸ ਆ ਉਹ ਇਹ ਫੀਲ ਕਰੂਗੇ ਵੀ ਇਹਨੂੰ ਇਸ ਕਰਕੇ ਨਹੀਂ ਪ੍ਰੈਜ਼ੀਡੈਂਟ ਬਣਾਇਆ ਕਿਉਂਕਿ ਇਹ ਕਾਲੇ ਮੂਲ ਦੀ ਹੈਗੀ ਆ। ਸੋ ਇਹ ਵੀ ਇੱਕ ਵੱਡਾ ਜਿਹੜਾ ਉਹਨਾਂ ਦੇ ਲਈ ਡੈਮੋਕ੍ਰੇਟਸ ਦੇ ਲਈ ਪ੍ਰੋਬਲਮ ਹੋਊਗੀ। ਬਿਲਕੁਲ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕੀ ਆ ਕਿ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ, ਉਸ ਦਾ ਨਾਮ ਆਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦਾ ਨਾਮ ਆਵੇਗਾ। ਮਿਸ਼ੀਗਨ ਦੀ ਜਿਹੜੀ ਗਵਰਨਰ ਆ ਗ੍ਰੈਚਨ, ਉਸ ਦਾ ਨਾਮ ਜਿਹੜਾ ਉਹ ਆਵੇਗਾ, ਜਾਂ ਫਿਰ ਕਮਲਾ ਹੈਰਿਸ ਜਿਹੜੀ ਆ ਉਹ ਆ ਸਕਦੀ ਆ। ਇਹ ਬਹੁਤ ਹੀ ਜਿਹੜੀ ਇੱਕ ਵੱਡੀ ਇਸ ਟਾਈਮ ਸਮੱਸਿਆ ਦੇ ਵਿੱਚੋਂ ਡੈਮੋਕ੍ਰੇਟ ਪਾਰਟੀ ਆ ਉਹ ਨਿਕਲੇਗੀ। ਟੌਪ ਦੇ ਡੈਮੋਕ੍ਰੇਟ ਲੀਡਰਸ ਤੋਂ ਲੈ ਕੇ ਹੋਰ ਲਾਅ ਮੇਕਰਸ, ਵੈਸੇ ਵੀ ਡੈਮੋਕ੍ਰੇਟ ਪਾਰਟੀ ਦੇ ਬੰਦਿਆਂ ਦੇ ਦੁਆਰਾ, ਲੋਕਾਂ ਦੇ ਦੁਆਰਾ ਇਹ ਮੰਗ ਕੀਤੀ ਜਾ ਰਹੀ ਸੀ ਕਿ ਵੀ ਭਾਈ ਬਾਈਡਨ ਦੇ ਹੁੰਦਿਆਂ ਹੋਇਆਂ ਇਸ ਰੇਸ ਨੂੰ ਜਿੱਤਣ ਦੀ ਕੋਈ ਵੀ ਸੰਭਾਵਨਾ ਨਹੀਂ, ਇਸ ਲਈ ਸਾਨੂੰ ਉਹਨਾਂ ਨੂੰ ਜਿਹੜਾ ਉਹ ਰੇਸ ਤੋਂ ਬਾਹਰ ਹੋਣ ਦੇ ਲਈ ਜਿਹੜਾ ਉਹ ਕਹਿਣਾ ਪੈ ਰਿਹਾ ਆ। ਬਹੁਤ ਸਾਰੇ ਜਿਹੜੇ ਸੀਨੀਅਰ ਅਧਿਕਾਰੀ ਵਾਈਟ ਹਾਊਸ ਦੇ ਵਿੱਚ ਵੀ ਨੇ ਤੇ ਨਾਲ ਦੇ ਨਾਲ ਬਾਈਡਨ ਹੁਣਾਂ ਦੇ ਨਾਲ ਜਿਹੜੇ ਕੰਮ ਕਰਦੇ ਆ ਉਹ ਵੀ ਇਹ ਹੁਣ ਕਹਿਣ ਲੱਗ ਪਏ ਆ ਵੀ ਉਹਨਾਂ ਨੂੰ ਹੁਣ ਡ੍ਰੌਪ ਆਊਟ ਕਰ ਦੇਣਾ ਚਾਹੀਦਾ ਆ। ਕਿਤੇ ਨਾ ਕਿਤੇ ਉਹ ਇਕੱਲੇ ਹੁਣ ਪੈਂਦੇ ਜਾ ਰਹੇ ਆ। ਆਉਂਦੇ ਜਿਹੜੇ ਆ 2-3 ਦਿਨ ਬੜੇ ਅਹਿਮ ਰਹਿਣ ਵਾਲੇ ਆ। ਉੱਦਾਂ ਤਾਂ ਇਹ ਚੱਕਾ ਬਹੁਤ ਚਿਰ ਤੋਂ ਗਿੜਿਆ ਪਿਆ ਆ, ਜਦੋਂ ਤੋਂ ਬਾਈਡਨ ਹੁਣਾਂ ਦੀ ਖਾਸ ਕਰਕੇ ਡਿਬੇਟ ਦੇ ਵਿੱਚ ਮਾੜੀ ਪਰਫਾਰਮੈਂਸ ਰਹੀ ਆ। ਉਹ ਤਾਂ ਉਹ ਕਹਿੰਦੇ ਰਹੇ ਵੀ ਤੁਸੀਂ ਭਾਈ ਮੇਰੀ ਮਾੜੀ ਪਰਫਾਰਮੈਂਸ ਦੀ ਗੱਲ ਕਰਦੇ ਆ, ਟਰੰਪ ਦੇ ਦੁਆਰਾ ਜਿਹੜੇ 20 ਤੋਂ 2 ਦਰਜਨ ਤੋਂ ਵੱਧ ਝੂਠ ਬੋਲੇ ਆ ਉਹਦੇ ਉੱਤੇ ਉਹਨੂੰ ਤੁਸੀਂ ਸਵਾਲ ਨਹੀਂ ਜਿਹੜਾ ਉਹ ਕਰ ਰਹੇ। ਇਹ ਜ਼ਰੂਰ ਕਹਿੰਦੇ ਰਹੇ ਆ, ਪਰ ਹੁਣ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਮੰਨਣਾ ਪੈ ਰਿਹਾ ਆ ਵੀ ਭਾਈ ਡਾਇਨਾਮਿਕਸ ਬਹੁਤ ਹੀ ਜ਼ਿਆਦਾ ਜਿਹੜੇ ਇਸ ਟਾਈਮ ਚੇਂਜ ਹੋ ਚੁੱਕੇ ਆ ਤੇ ਹਾਲਾਤ ਬਾਈਡਨ ਹੁਣਾਂ ਦੇ ਇਸ ਟਾਈਮ ਰੇਸ ਦੇ ਵਿੱਚ ਜਿਹੜੇ ਰਹਿਣ ਤੋਂ ਜਿਹੜਾ ਵੀ ਰਹਿਣ ਦੇ ਜਿਹੜੇ ਕੋਈ ਚਾਂਸ ਨਹੀਂ ਨਜ਼ਰ ਆ ਰਹੇ। ਸੋ ਵੱਡੇ ਜਿਹੜੀ ਤਬਦੀਲੀ ਉਹ ਆਊਗੀ। ਕੌਣ ਕੈਂਡੀਡੇਟ ਹੋ ਸਕਦਾ? ਗੈਵਿਨ ਨਿਊਸਮ ਦਾ ਨਾਂ ਜ਼ਰੂਰ ਆਉਂਦਾ ਹਰਜੋਤ ਸਿੰਘ ਜੀ, ਜੇ ਆਪਾਂ ਇੱਥੋਂ ਦੇ ਗਵਰਨਰ ਦੀ ਵੀ ਗੱਲ ਕਰੀਏ ਤਾਂ, ਪਰ ਇਸ ਵਾਰ ਨਿਊਸਮ ਦੇ ਜਿੱਤਣ ਦੇ ਚਾਂਸ ਇਸ ਲਈ ਬਹੁਤ ਜ਼ਿਆਦਾ ਘੱਟ ਆ ਕਿਉਂਕਿ ਕੈਲੀਫੋਰਨੀਆ ਦੇ ਜੋ ਹਾਲਾਤ ਬਣੇ ਪਏ ਆ, ਖਾਸ ਕਰਕੇ ਕ੍ਰਾਈਮ ਨੂੰ ਲੈ ਕੇ ਤਾਂ ਮਹਿੰਗਾਈ ਨੂੰ ਲੈ ਕੇ, ਉਹ ਆਲਰੇਡੀ ਬਹੁਤ ਜ਼ਿਆਦਾ ਤੱਤੇ ਪਾਣੀ 'ਚ ਆ ਤੇ ਟਰੰਪ ਹੁਣਾਂ ਨੂੰ ਮੇ ਵੀ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਣਾ ਜ਼ਿਆਦਾ ਆਸਾਨ ਜਿਹੜਾ ਉਹ ਹੋਊਗਾ। ਮੋਸਟ ਪ੍ਰੋਬਬਲੀ ਦਾ ਜਿਹੜਾ ਕਮਲਾ ਹੈਰਿਸ ਤੇ ਖੇਡਿਆ ਜਿਹੜਾ ਉਹ ਜਾ ਸਕਦਾ ਆ,
ਕੀ ਚੁੱਪ ਚਪੀਤੇ ਹੈਲਰੀ ਕਲਿੰਟਨ ਦੀ ਵਾਪਸੀ ਹੋ ਸਕਦੀ ਆ? ਇਹ ਬੜੇ ਵੱਡੇ ਸਵਾਲ ਨੇ ਹਰਜੋਤ ਸਿੰਘ ਜੀ। ਇਸ ਟਾਈਮ ਸਰਗਰਮ ਆ ਬਾਜ਼ਾਰ ਅਫਵਾਹਾਂ ਦਾ ਵੀ, ਤੇ ਨਾਲ ਦੇ ਨਾਲ ਕਿਆਸਰਾਈਆਂ ਦਾ ਜਿਹੜਾ ਬਾਜ਼ਾਰ ਆ ਬਹੁਤ ਜ਼ਿਆਦਾ ਇਸ ਟਾਈਮ ਸਰਗਰਮ ਹੋ ਚੁੱਕਾ ਆ ਵੀ ਜੇ ਬਾਈਡਨ ਹੁਣੀ ਸਾਈਡ ਤੇ ਹੋ ਹੀ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਥਾਂ ਦੇ ਉੱਤੇ ਕੈਂਡੀਡੇਟ ਕੌਣ ਹੋਊਗਾ, ਕੌਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਕੌਣ ਜਿਹੜਾ ਉਹ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਹੋਊਗਾ। ਜੇ ਕਮਲਾ ਹੈਰਿਸ ਨੂੰ ਵਾਈਸ ਪ੍ਰੈਜ਼ੀਡੈਂਟ ਹੀ ਰੱਖਿਆ ਜਾਂਦਾ ਫਿਰ ਉਹ ਬਹੁਤ ਜ਼ਿਆਦਾ ਖਫਾ ਹੋਊਗੀ। ਇਸ ਨੂੰ ਤੋੜ ਕੇ ਹੀ ਕੋਈ ਨਵੀਂ ਟਿਕਟ ਫਿਰ ਜਿਹੜੀ ਲਿਆਂਦੀ ਜਾ ਸਕਦੀ ਆ। ਇਹੀ ਜਿਹੜੀ ਇਸ ਟਾਈਮ ਗੱਲ ਜਿਹੜੀ ਉਹ ਸਾਹਮਣੇ ਹੋਊਗੀ। ਅਦਰਵਾਈਜ਼ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਰੱਖ ਕੇ ਉਹਦੇ ਉੱਤੋਂ ਦੀ ਕਿਸੇ ਹੋਰ ਨੂੰ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਬਣਾ ਦਿੱਤਾ ਜਾਊਗਾ, ਇਹ ਵੀ ਉਸਦੇ ਹਲਕ ਚੋਂ ਗੱਲ ਨਹੀਂ ਉਤਰੇਗੀ। ਸੋ ਬੜਾ ਛੱਛੋਪਨ ਦਾ ਜਿਹੜਾ ਇਸ ਟਾਈਮ ਕਹਿ ਲਓ ਵੀ ਸਮਾਂ ਜਿਹੜਾ ਉਹ ਬਣਿਆ ਪਿਆ ਆ ਡੈਮੋਕ੍ਰੇਟਸ ਦੇ ਲਈ। ਅੱਜ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦਾ ਚੌਥਾ ਦਿਨ ਆ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਜੀਓਬੀ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਨੂੰ ਐਕਸੈਪਟ ਕਰ ਲੈਣਗੇ ਤੇ ਅੱਜ ਉਹ ਬੋਲਣਗੇ ਵੀ। ਉਹਨਾਂ ਦਾ ਜਿਹੜਾ ਸਪੀਚ ਹੋਊਗਾ, ਉਹਨਾਂ ਨੇ ਵਾਸ਼ਿੰਗਟਨ ਐਗਜ਼ਾਮੀਨਰ ਨੂੰ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਜਿਹੜਾ ਸਪੀਚ ਮੈਂ ਦੇਣਾ ਸੀ ਇਹ ਹੁਣ ਟੋਟਲੀ ਡਿਫਰੈਂਟ ਹੋਊਗਾ ਤੇ ਪਾਲਿਸੀਜ਼ ਦੇ ਉੱਤੇ ਹੋਊਗਾ। ਉਹਨਾਂ ਦਾ ਕਹਿਣ ਦਾ ਮਤਲਬ ਇੰਪ੍ਰੈਸਿਵ ਹੋਊਗਾ। ਜੇ ਮੇਰੇ ਉੱਤੇ ਕਹਿੰਦੇ ਗੋਲੀ ਨਾ ਚੱਲੀ ਹੁੰਦੀ ਤਾਂ ਮੇਰਾ ਜਿਹੜਾ ਸਪੀਚ ਸੀ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕ੍ਰਿਟੀਸਾਈਜ਼ ਕਰਨ ਵਾਲਾ ਹੋਣਾ ਸੀ। ਸੋ ਕਹਿੰਦੇ ਵੀ ਹੁਣ ਜਿਹੜਾ ਇਹ ਮੇਰਾ ਸਪੀਚ ਹੋਊਗਾ ਟੋਟਲੀ ਹੀ ਡਿਫਰੈਂਟ ਹੋਊਗਾ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਕੋ-ਚੇਅਰ ਲਾਰਾ ਟਰੰਪ ਉਹਨਾਂ ਨੇ ਵੀ ਸਵੇਰੇ ਦੱਸਿਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਪੀਚ ਡਿਫਰੈਂਟ ਵਰਸ਼ਨ ਹੋਊਗਾ ਤੇ ਕਹਿੰਦੇ ਵੀ ਜੋ ਉਹਨਾਂ ਦੇ ਫਾਦਰ ਇਨ ਲਾ ਤੇ ਵਾਪਰਿਆ ਉਹਦੇ ਨਾਲ ਕਾਫੀ ਉਹਨਾਂ ਦੇ ਉੱਤੇ ਅਸਰ ਹੋਇਆ ਹੈਗਾ। ਤੇ ਹੁਣ ਜੋ ਸਪੀਚ ਹੋਊਗਾ ਜਿਸ ਤਰ੍ਹਾਂ ਪਿਛਲੀ ਵਾਰੀ ਵੀ ਸੀਗਾ, ਮੇਕ ਅਮਰੀਕਾ ਗ੍ਰੇਟ ਅਗੇਨ, ਮੇਕ ਅਮਰੀਕਾ ਵੈਲਥੀ ਅਗੇਨ, ਤੇ ਟਰੰਪ ਉਹਨਾਂ ਦਾ ਜਿਹੜਾ ਏਜੰਡਾ ਆ ਇਕੋਨਮੀ, ਫੋਰਨ ਪਾਲਿਸੀ ਤੇ ਪਬਲਿਕ ਸੇਫਟੀ, ਇਹਨਾਂ ਦੇ ਉੱਤੇ ਮੇਨ ਹੋਊਗਾ। ਤੇ ਕਨਵੈਨਸ਼ਨ ਦੇ ਜਿਹੜੇ ਡੈਲੀਗੇਟਸ ਆ ਉਹਨਾਂ ਨੇ 16 ਪੇਜ ਦਾ ਪਲੇਟਫਾਰਮ ਜਿਹੜਾ ਅਡਾਪਟ ਕੀਤਾ। ਜਿਹੜਾ ਟਰੰਪ ਉਹਨਾਂ ਦੇ ਨਾਲ ਹੀ ਇਨਫਲੂਐਂਸ ਹੈਗਾ ਆ, ਰੋਲ ਕਾਲ ਵੋਟ ਵੀ ਹੋਈ ਹੈਗੀ ਆ। ਤੇ ਅੱਜ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਬੋਲਦੇ ਤੇ ਦੇਖਦੇ ਆ ਵੀ ਉਹਨਾਂ ਦੇ ਭਾਸ਼ਣ ਦੇ ਵਿੱਚ ਕੀ ਹੋਊਗਾ। ਸੋ ਬਿਲਕੁਲ ਇਹ ਇੱਕ ਨਵੀਂ ਚੀਜ਼ ਜਿਹੜੀ ਉਹ ਹੋਣ ਜਾ ਰਹੀ ਆ। ਤੀਜੀ ਵਾਰੀ ਬੇਸਿਕਲੀ ਨੋਮੀਨੇਸ਼ਨ ਉਹ ਅਸੈਪਟ ਕਰਨ ਜਾ ਰਹੇ ਨੇ ਟਰੰਪ ਹੁਣੀ। ਇੱਕ ਵਾਰੀ ਜਿੱਤ ਚੁੱਕੇ ਆ 16 'ਚ, 20 ਦੇ ਵਿੱਚ ਉਹਨਾਂ ਦੀ ਹਾਰ ਹੋਈ ਸੀ ਤੇ 24 ਦੇ ਵਿੱਚ ਦੇਖੋ ਕੀ ਜਿਹੜਾ ਹੁਣ ਬਣਦਾ ਆ। ਪਰ ਅੱਜ ਉਹਨਾਂ ਨੇ ਜਿਹੜੀ ਆਪਣੀ ਨੋਮੀਨੇਸ਼ਨ ਆ ਉਹ ਅਸੈਪਟ ਕਰ ਲੈਣੀ ਆ। ਪਹਿਲੇ ਦਿਨ ਜਿੰਨੇ ਵੀ ਡੈਲੀਗੇਟ ਸੀ ਉਹਨਾਂ ਨੇ ਇਹਨਾਂ ਨੂੰ ਚੁਣ ਲਿਆ ਸੀਗਾ ਤੇ ਫਿਰ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਆ ਨੋਮੀਨੇਟ ਦੀ ਅਸੈਪਟੈਂਸ ਸਪੀਚ ਦੇ ਵਿੱਚ ਯੂਨਿਟੀ ਦੀ, ਲਵ ਦੀ ਕੀ ਗੱਲ ਕਰਨਗੇ। ਅਸੈਸੀਨੇਸ਼ਨ ਤੋਂ ਬਾਅਦ 'ਚ ਪਹਿਲੀ ਵਾਰੀ ਪਬਲਿਕਲੀ ਉਹਨਾਂ ਨੇ ਭਾਸ਼ਣ ਦੇਣਾ ਆ। ਇਹ ਵੀ ਦੇਖਿਆ ਗਿਆ ਕਿਉਂਕਿ ਟਰੰਪ ਹੁਣਾਂ ਦੇ ਉਹ ਕੰਨ ਦੇ ਉੱਤੇ ਪੱਟੀ ਬੰਨ੍ਹੀ ਸੀਗੀ। ਹੁਣ ਕਲਟ ਮੈਂਬਰ ਕਹਿ ਲਓ ਜਾਂ ਉਹਨਾਂ ਦੇ ਸਪੋਰਟਰ ਕਹਿ ਲਓ, ਉਹ ਵੀ ਦਿਖਾਵੇ ਦੇ ਵਜੋਂ ਕੰਨ ਦੇ ਉੱਤੇ ਪੱਟੀ ਬੰਨ੍ਹ ਕੇ ਜਿਹੜਾ ਉਹ ਆਉਣ ਲੱਗ ਗਏ ਵੀ ਭਾਈ ਇਹ ਕੋਈ ਹਾਸੇ ਵਾਲੀ ਗੱਲ ਤਾਂ ਹੈ ਨਹੀਂ ਵੀ ਜੇ ਕੋਈ ਬੰਦਾ ਅਸੈਸੀਨੇਸ਼ਨ ਤੋਂ ਬਚਿਆ ਵੀ ਤੁਸੀਂ ਉਸ ਦੀ ਜਿਹੜੀ ਉਹ ਰੀਸ ਜਿਹੜੀ ਉਹ ਕਰ ਰਹੇ ਆ। ਥੋੜ੍ਹਾ ਬਹੁਤਾ ਇੱਦਾਂ ਦਾ ਚੀਜ਼ਾਂ ਵੀ ਜਿਹੜੀਆਂ ਨਾਲ ਦੇ ਨਾਲ ਚੱਲ ਉੱਥੇ ਰਹੀਆਂ ਹੈਗੀਆਂ। ਤੇ ਬਾਕੀ ਦੇਖਦੇ ਹਾਂ ਕੀ ਭਾਸ਼ਣ ਹੁੰਦਾ। ਅਜੇ ਉਹਨਾਂ ਨੇ ਸ਼ੁਰੂ ਜਿਹੜਾ ਉਹ ਨਹੀਂ ਕੀਤਾ ਹੈਗਾ। ਅਗਲੀ ਜਿਹੜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਸਾਊਦਰਨ ਕੈਲੀਫੋਰਨੀਆ ਦੀ ਅਧਿਕਾਰੀ ਕਹਿ ਰਹੇ ਆ ਵੀ ਕਹਿੰਦੇ ਵੀ ਜਿਹੜੇ ਨੌਜਵਾਨ ਨੇ ਟੀਨੇਜਰਸ ਬਾਈਕ ਦੇ ਉੱਤੇ ਉਹ ਕਮਿਊਨਿਟੀਜ਼ ਨੂੰ ਬੇਸਿਕਲੀ ਟੈਰੋਰਾਈਜ਼ ਕਰ ਰਹੇ ਆ। ਡਰਾਉਣ ਦਾ ਮਤਲਬ ਭਾਵ ਆ ਵੀ ਤੇਜ਼ ਸਪੀਡ ਦੇ ਨਾਲ ਲੰਘਦੇ ਨੇ ਤੇ ਉਹਦੇ ਨਾਲ ਕਹਿੰਦੇ ਵੀ 에ਅਰ ਸੌਫਟ ਗਨਸ ਦੇ ਨਾਲ ਲੋਕਾਂ ਨੂੰ ਸ਼ੂਟ ਕਰਦੇ ਹੋਏ ਜਾ ਰਹੇ ਆ। ਔਰੇਂਜ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਜਿਹੜਾ ਲੇਕ ਫੋਰੈਸਟ ਦਾ ਆਫਿਸ ਆ, ਉਹਨਾਂ ਨੇ ਕਿਹਾ ਵੀ ਅਟੈਂਸ਼ਨ ਪੇਰੈਂਟਸ, ਵੀ ਨੀਡ ਯੂਰ ਹੈਲਪ। ਕਹਿੰਦੇ ਵੀ ਸਮਰ ਦੇ ਵਿੱਚ ਜਿਹੜੇ ਨਿਆਣੇ ਆ ਫਨ ਕਰਨ ਤੋਂ ਗਾਂਹ ਜਿਹੜਾ ਉਹ ਲੰਘਦੇ ਹੋਏ ਲੋਕਾਂ ਦੀ ਜ਼ਿੰਦਗੀ ਤੇ ਪ੍ਰਾਪਰਟੀ ਨੂੰ ਜਿਹੜਾ ਉਹ ਖਤਰੇ ਦੇ ਵਿੱਚ ਪਾ ਰਹੇ ਨੇ ਤੇ ਆਪਾਂ ਨੂੰ ਇਸ ਦੇ ਵਿੱਚ ਸਟੈਪ ਇਨ ਕਰਕੇ ਰੋਕਣਾ ਪਵੇਗਾ। ਲੇਕ ਫੋਰੈਸਟ ਦੇ ਇਲਾਕੇ ਦੇ ਵਿੱਚ ਪੁਲਿਸ ਨੇ ਕਈ ਜਿਹੜੇ ਬਾਈਕਸ ਆ ਉਹਨਾਂ ਨੂੰ ਆਪਣੇ ਜਿਹੜਾ ਉਹ ਜ਼ਬਤ ਜਿਹੜਾ ਉਹ ਕਰ ਲਿਆ ਹੈਗਾ ਆ। ਕਈਆਂ ਨੂੰ ਜਿਹੜਾ ਉਹ ਫੜਿਆ ਆ ਰੈਕਲੈਸਲੀ, ਬਹੁਤ ਹੀ ਗੰਦੇ ਢੰਗ ਦੇ ਨਾਲ। ਕਹਿੰਦੇ ਵੀ ਇਲੈਕਟ੍ਰਿਕ ਮੋਟਰਸਾਈਕਲਸ ਜਾਂ ਬਾਈਕਸ ਆ ਉਹਨਾਂ ਨੂੰ ਜਿਹੜਾ ਉਹ ਚਲਾ ਰਹੇ ਨੇ, ਜਿਹਦੇ ਨਾਲ ਲੋਕਾਂ ਨੂੰ ਵੀ ਖਤਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਤਰ੍ਹਾਂ ਦੇ ਜਿਹੜੇ ਮੋਟਰਸਾਈਕਲਸ ਤੇ ਬਾਈਕਸ ਇਸ ਟਾਈਮ ਅਵੇਲੇਬਲ ਨੇ।
ਕਹਿੰਦੇ ਵੀ ਇਥੋਂ ਤੱਕ ਵੀ ਜਿਹੜਾ ਦੇਖਿਆ ਗਿਆ ਵੀ ਇਲੈਕਟ੍ਰਿਕ ਬਾਈਕਸ ਆ ਉਹਨਾਂ ਨੂੰ ਸਪਾਈਕ ਵੀ ਜਿਹੜਾ ਕੀਤਾ ਗਿਆ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਸਮਰ ਦੇ ਵਿੱਚ। ਕਈ ਥਾਵਾਂ ਦੇ ਉੱਤੇ ਜਿੱਦਾਂ ਸਾਈਡ ਸ਼ੋ ਹੁੰਦੇ ਆ ਗੱਡੀਆਂ ਦੇ ਨਾਲ, ਉੱਥੇ ਈ ਬਾਈਕਸ ਦੇ ਨਾਲ ਇਹਨਾਂ ਨੇ ਵੀ ਕਈ ਚੁਰਾਹਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤਾ ਗਿਆ। ਇੱਥੋਂ ਤੱਕ ਕਿ ਈ ਬਾਈਕ ਤੋਂ ਚੱਲਦੇ ਚੱਲਦੇ ਕਈ ਜਿਹੜੇ ਨਿਆਣੇ ਆ ਕਹਿੰਦੇ ਵੀ ਫਾਇਰ ਵਰਕਸ ਆ ਉਹ ਵੀ ਲੋਕਾਂ ਦੇ ਵਿੱਚ ਜਾਂ ਪ੍ਰਾਪਰਟੀਜ਼ ਦੇ ਵੱਲ ਨੂੰ ਜਿਹੜੇ ਉਹ ਛੱਡਦੇ ਹੋਏ ਨਜ਼ਰ ਆਏ ਆ। ਸੋ ਈ ਬਾਈਕਸ ਦੇ ਨਾਲ ਜਿੱਥੇ ਸਾਈਕਲ ਚਲਾਉਣਾ ਜ਼ਿਆਦਾ ਸੌਖਾ ਹੋਇਆ ਆ, ਉੱਥੇ ਇਦਾਂ ਦੇ ਜਿਹੜੇ ਅੰਸਰ ਆ, ਸ਼ਰਾਰਤੀ ਅੰਸਰ ਆ, ਉਹ ਲੋਕਾਂ ਦੀ ਜਾਨ ਦਾ ਥਾਂ ਵੀ ਬਣ ਰਹੇ ਆ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਕਾਰਾਂ ਆ ਉਹਨਾਂ ਦੀ ਸੇਲ ਘਟ ਗਈ ਹੈਗੀ ਆ। ਸੋ ਕਾਫੀ ਵੱਡਾ ਜਿਹੜਾ ਝਟਕਾ ਆ ਖਾਸ ਕਰਕੇ ਟੈਸਲਾ ਕੰਪਨੀ ਆ ਉਹਨਾਂ ਨੂੰ ਲੱਗਿਆ ਹੈਗਾ। ਪਿਛਲੇ ਕਈ ਸਾਲਾਂ ਤੋਂ ਕਾਫੀ ਜ਼ਿਆਦਾ ਇਲੈਕਟ੍ਰਿਕ ਕਾਰਾਂ ਦੀ ਸੇਲ ਦੀ ਗਰੋਥ ਉੱਪਰ ਜਾ ਰਹੀ ਸੀ, ਪਰ ਪਿਛਲੇ ਸਾਲ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਜਿਹੜੀ ਸੇਲ ਆ ਉਹ ਕਾਫੀ ਘਟਦੀ ਗਈ ਹੈਗੀ ਆ। ਜਿਹੜਾ ਸੈਕੰਡ ਕੁਆਰਟਰ ਆ 2023 ਦਾ ਉਹਦੇ ਚ 1.2% ਡ੍ਰੌਪ ਹੋਇਆ ਹੈਗਾ। ਤੇ ਕਹਿੰਦੇ ਪਏ ਯੂਨਿਟ ਸੇਲ ਆਫ ਇਲੈਕਟ੍ਰਿਕ ਵਹੀਕਲਸ 11% ਇਸ ਕੁਆਰਟਰ ਅਪ ਸੀਗੀਆਂ, ਪਰ ਓਵਰਆਲ ਜੇ ਦੇਖਿਆ ਜਾਵੇ ਜਿੰਨਾ ਲੋਕਾਂ ਦੇ ਵਿੱਚ ਚਾਹ ਸੀਗਾ ਇਲੈਕਟ੍ਰਿਕ ਕਾਰਾਂ ਨੂੰ ਲੈਣ ਦਾ, ਉਹ ਹੁਣ ਥੋੜਾ ਘਟਦਾ ਜਾ ਰਿਹਾ ਹੈ। ਜੀ ਬਿਲਕੁਲ। ਅਗਲੀ ਗੱਲ ਕਰੀਏ, ਸੈਂਟਾ ਕਰੂਜ਼ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ ਵੈਸਟ ਕਲਿਫ ਡਰਾਈਵ ਦੇ ਉੱਤੇ, ਜਦ ਕਹਿੰਦੇ ਵੀ ਪਾਣੀ ਜਿਹੜਾ ਆ ਉਹਨਾਂ ਨੂੰ ਨਿਗਲ ਕੇ ਹੀ ਸਮੁੰਦਰ ਦੇ ਵਿੱਚ ਲੈ ਗਿਆ। ਆਇਡੈਂਟੀਟੀਜ਼ ਜਿਹੜੀਆਂ ਆ ਅਜੇ ਅਵੇਲੇਬਲ ਨਹੀਂ ਆ ਇਹਨਾਂ 2 ਜਾਣਿਆਂ ਦੀਆਂ ਜਿਹੜੀਆਂ ਪਾਣੀ ਦੇ ਵਿੱਚ ਰੁੜ ਗਏ ਆ। ਕਹਿੰਦੇ ਵੀ ਵੇਵਸ ਕਈ ਵਾਰੀ ਸਨੀਕੀ ਹੁੰਦੀਆਂ ਆ, ਪਤਾ ਨਹੀਂ ਲੱਗਦਾ ਵੀ ਕਦੋਂ ਵੱਡੀ ਛੱਲ ਜਿਹੜੀ ਆ ਉਹ ਆ ਜਾਂਦੀ ਆ। ਐਮਰਜੈਂਸੀ ਰੈਸਕਿਊ ਵਰਕਰਸ ਨੂੰ ਸ਼ਾਮੀ 6:15 ਵਜੇ ਕਾਲ ਕੀਤਾ ਗਿਆ ਸੀਗਾ ਵੈਸਟ ਕਲਿਫ ਡਰਾਈਵ ਦੇ ਉੱਤੇ ਡੇਵਿਡ ਵੇ ਦੇ ਨਜ਼ਦੀਕ, ਜਿੱਥੇ ਕਈ ਚਸ਼ਮਦੀਦ ਗਵਾਹਾਂ ਨੇ 2 ਜਾਣਿਆਂ ਨੂੰ ਦਰਿਆ ਦੇ ਵਿੱਚ ਰੁੜਦੇ ਹੋਏ ਦੇਖਿਆ। ਸੈਂਟਾ ਕਰੂਜ਼ ਬਟਾਲੀਅਨ ਚੀਫ ਐਲ ਜੈਟ ਨੇ ਜਿਹੜਾ ਉਹ ਕਿਹਾ ਵੀ ਕਹਿੰਦੇ ਰੈਸਕਿਊ ਸਵਿਮਰ ਸੀਨ ਦੇ ਉੱਤੇ ਪਹੁੰਚੇ, ਉਹਨਾਂ ਨੇ 2 ਲੋਕਾਂ ਨੂੰ ਮੂੰਹ ਜਿਹੜਾ ਉਹ ਫਲੋਟ ਕਰਦੇ ਹੋਏ ਦੇਖਿਆ ਸੀਗਾ। ਸੋ ਉਹ ਲੋਕਾਂ ਨੂੰ ਬਾਹਰ ਤਾਂ ਜਿਹੜਾ ਉਹ ਕੱਢ ਲਿਆ ਗਿਆ, ਪਰ ਦੋਨਾਂ ਹੀ ਲੋਕਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕਾਮਯਾਬ ਰਹੇ ਤੇ ਦੋਨਾਂ ਦੀ ਮੌਤ ਹੋ ਗਈ ਸੀ। ਮਿਚਲ ਕੋਵ ਦੇ ਨਜ਼ਦੀਕ ਮੰਗਲਵਾਰ ਦੀ ਰਾਤ ਨੂੰ ਇਹ ਜਿਹੜੀ ਘਟਨਾ ਆ ਉਹ ਵਾਪਰੀ ਆ। ਜਿਹੜੇ ਸਪੋਕਸਪਰਸਨ ਉਹ ਕਹਿ ਰਹੇ ਸੀਗੇ ਵੀ ਲੋਕ ਕਈ ਵਾਰੀ ਦਰਿਆ ਵੱਲ ਨੂੰ ਪਿੱਠ ਕਰ ਲੈਂਦੇ ਆ ਜਦੋਂ ਤੁਹਾਨੂੰ ਨਹੀਂ ਪਤਾ ਹੁੰਦਾ, ਖਾਸ ਕਰਕੇ ਛੱਲਾਂ ਦਾ, ਤਾਂ ਉਦੋਂ ਕਿਹੜੇ ਟਾਈਮ ਜ਼ਿਆਦੀ ਭਾਰੀ ਛੱਲ ਆ ਜਾਂਦੀ ਆ ਉਹ ਨਾਲ ਜਿਹੜੀ ਉਹ ਲੈ ਕੇ ਚਲੇ ਜਾਂਦੀ ਆ। ਇਹਨਾਂ ਦੋਨਾਂ ਦੇ ਨਾਲ ਕਹਿੰਦੇ ਕੁਛ ਅਜਿਹਾ ਹੀ ਵਾਪਰ ਗਿਆ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਭਈ ਬੈਂਕਾਕ ਦੇ ਵਿੱਚ 6 ਜਾਣਿਆਂ ਨੂੰ 5 ਜਾਣਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ, ਜਿਨ੍ਹਾਂ 'ਚ 2 ਅਮਰੀਕਨ ਸਿਟੀਜ਼ਨ ਵੀ ਸੀ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਓਕਲੈਂਡ ਦੀ ਇੱਕ ਲੇਡੀ ਨੂੰ ਸਸਪੈਕਟ ਕੀਤਾ ਜਾ ਰਿਹਾ ਆ, ਜੋ ਥਾਈਲੈਂਡ ਦੇ ਵਿੱਚ ਸਾਇਨਾਈਡ ਦਿੱਤੀ ਗਈ ਸੀ, ਜਿਹਦੇ ਨਾਲ ਇਹਨਾਂ ਲੋਕਾਂ ਦੀ ਮੌਤ ਹੋਈ ਸੀ, ਜਿਹਦੇ 'ਚੋਂ 2 ਅਮਰੀਕਨ ਸਿਟੀਜ਼ਨ ਸੀਗੇ। ਓਕਲੈਂਡ ਦੇ ਰੈਜ਼ੀਡੈਂਟ ਸ਼ਰੀਨ ਚੌਂਗ ਤੇ ਹੋਰ 4 ਵੀਤਨਾਮੀਜ਼ ਮੂਲ ਦੇ ਲੋਕ ਉੱਥੇ ਸੀਗੇ ਗ੍ਰੈਂਡ ਹਾਈਟ ਏਰਾਵਿਨ ਹੋਟਲ ਦੇ ਵਿੱਚ। ਤੇ ਕਹਿੰਦੇ ਭਈ ਚਾਹ ਜਾਂ ਕੌਫੀ ਦੇ ਵਿੱਚ ਜਿਹੜੀ ਸਾਇਨਾਈਡ ਦਾ ਲੇਸ ਲਾਇਆ ਗਿਆ ਸੀਗਾ। ਹੁਣ ਇਹ ਪਤਾ ਚੱਲ ਰਿਹਾ ਵੀ ਜਿਹੜਾ ਪਰਸਨ ਇਨਵੋਲਵ ਸੀ ਉਸ ਨੇ ਜਿਹੜੇ 5 ਜਾਣਿਆਂ ਨੂੰ ਰਿਕਰੂਟ ਕੀਤਾ ਸੀ $2.5 ਲੱਖ ਕੰਸਟਰਕਸ਼ਨ ਵਰਕ ਦੇ ਵਿੱਚ ਲਾਉਣ ਦੇ ਲਈ। ਇਹ ਹਸਪੀਟਲ ਦਾ ਪ੍ਰੋਜੈਕਟ ਸੀ ਜਾਪਾਨ ਦੇ ਵਿੱਚ, ਤੇ ਇਹ ਚੌਂਕ ਕਰਕੇ ਜਿਹੜਾ ਬੰਦਾ ਆ ਉਸ ਦੇ ਅਗੇਂਸਟ ਉਹਨਾਂ ਨੇ ਐਕਸ਼ਨ ਵੀ ਲਿਆ ਸੀ। ਬੈਂਕਾਕ ਦੀ ਪੁਲਿਸ ਨੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ। ਡੈਨ ਹੁਆਂਗ ਵੈਨ 55 ਸਾਲਾਂ ਦਾ, ਟ੍ਰੈਨ ਦਿਨ ਫੂ 37 ਦਾ, ਨਿਊਨ ਥੀ ਫੋਂਗ ਲੈਨ 47 ਦਾ, ਨਿਊਨ ਥੀ ਫੋਂਗ 46 ਦਾ ਤੇ ਫੈਮ ਥੈਨ 49 ਸਾਲਾਂ ਦਾ। ਜੀ ਪਹਿਲੋਂ 7ਵਾਂ ਬੰਦਾ ਲੱਭਿਆ ਜਾ ਰਿਹਾ ਸੀਗਾ, ਉਹ ਇੱਕ ਵਿਕਟਮ ਦੀ ਭੈਣ ਜਿਹੜੀ ਉਹ ਨਿਕਲੀ ਸੀਗੀ, ਤੇ ਹੁਣ ਜਿਹੜੀ ਨਵੀਂ ਆਈ ਆ ਪਹਿਲੋਂ ਸ਼ਾਇਦ ਇਹ ਵੀ ਸੋਚਿਆ ਗਿਆ ਹੋਵੇ ਵੀ ਰੋਟੀ ਤੱਕ ਨਹੀਂ ਜਿਹੜੀ ਉਹ ਹਿੱਲੀ, ਕਿਸੇ ਨੇ ਸੁਸਾਈਡ ਤਾਂ ਨਹੀਂ ਕਰ ਲਿਆ ਕਿਤੇ ਸਾਰਿਆਂ ਨੇ ਮਿਲ ਕੇ, ਕਿਉਂਕਿ ਇਨਵੈਸਟਮੈਂਟ ਖਾਸੀ ਜਿਹੜੀ ਇਹਨਾਂ ਦੀ ਉੱਥੇ ਡੁੱਬ ਗਈ ਸੀਗੀ। ਅਗਲੀ ਜੇ ਤੁਸੀਂ ਡੋਨਟ ਦੇ ਸ਼ੌਕੀਨ ਆ ਤਾਂ ਕ੍ਰਿਸਪੀ ਕਰੀਮ ਵਾਲੇ ਆਪਣੀ 87ਵੀਂ ਸਾਲਗਿਰਾ ਦੇ ਉੱਤੇ ਉਹਨਾਂ ਦਾ ਓਰੀਜਨਲ ਗਲੇਜ਼ਡ ਡੋਨਟ ਕੱਲ ਨੂੰ 87 ਸੈਂਟ ਦਾ ਜਿਹੜਾ ਉਹ ਕਹਿੰਦੇ ਵੇਚਣਗੇ। 87 ਸਾਲ ਹੋ ਗਏ ਆ
ਇਹਨਾਂ ਦੀ ਜਿਹੜੀ ਫਰੈਂਚਾਈਜ਼ੀ ਆ ਉਹਨਾਂ ਨੂੰ ਸ਼ੁਰੂ ਹੋਇਆ, ਤੇ ਕਹਿੰਦੇ ਵੀ ਇਹ ਜਿਹੜਾ ਲੋ ਪ੍ਰਾਈਸ ਆ ਉਹ ਆਨਰ ਕਰਨ ਦੇ ਲਈ ਆ ਵੀ ਹਾਂ ਅਸੀਂ ਉਸ ਪ੍ਰਾਈਸ ਦੇ ਉੱਤੇ ਜਿੰਨੇ ਸਾਲ ਹੋ ਗਏ ਆ ਉਹਨੇ ਸੈਂਟ ਦਾ ਜਿਹੜਾ ਉਹ ਵੇਚਾਂਗੇ। ਬਿਜ਼ਨਸ ਦੇ ਜਿਹੜੇ ਫਾਊਂਡਰ ਵਰਨਨ ਰੂਡੋਲਫ ਨੇ ਇਸ ਦੀ ਸ਼ੁਰੂਆਤ 1937 ਦੇ ਵਿੱਚ ਕੀਤੀ ਸੀ, ਜਦੋਂ ਗਰੋਸਰੀ ਸਟੋਰਸ ਦੇ ਵਿੱਚ ਇਹਨਾਂ ਨੇ ਡੋਨਟ ਵੇਚਣੇ ਸ਼ੁਰੂ ਕੀਤੇ ਸੀਗੇ। ਸੋ ਇਵੈਂਚੁਅਲੀ ਜਿਹੜਾ ਆ ਉਹ ਦੇਖਿਆ ਗਿਆ ਵੀ ਕਾਫੀ ਜ਼ਿਆਦਾ ਹੁਣ ਇਹਨਾਂ ਦੀਆਂ ਫਰੈਂਚਾਈਜ਼ੀਜ਼ ਹੋ ਚੁੱਕੀਆਂ ਆ। ਸੋ ਜਿਹੜੇ ਵੀ ਸ਼ੌਕੀਨ ਨੇ, ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਕਿੱਥੇ ਸਟੋਰ ਦੇ ਵਿੱਚ ਡੋਨਟ ਵੇਚਦੇ ਆਪ ਕਿੱਡੇ ਤਗੜੇ ਜਿਹੜੇ ਸਟੋਰ ਆ ਇਹਨਾਂ ਦੇ ਹੁਣ ਪੈ ਚੁੱਕੇ ਆ। ਸੋ ਪਿਛਲੇ ਸਾਲ ਇਹਨਾਂ ਨੇ 86 ਸੈਂਟ ਦਾ ਸੀਗਾ, ਇਸ ਵਾਰ ਜਿਹੜਾ ਇਹਨਾਂ ਨੇ 87 ਸੈਂਟ ਦੇ ਉੱਤੇ ਜਿਹੜਾ ਉਹ ਵੇਚਣਾ ਆ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਸਿਟੀ ਆਫ ਸੈਕਰਾਮੈਂਟੋ $5 ਲੱਖ ਦੀ ਗ੍ਰਾਂਟ ਦੇ ਰਹੀ ਆ ਉਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਲਈ ਜੋ ਬਿਜ਼ਨੈਸਸ ਤੇ ਐਂਟਰਪ੍ਰੈਨਿਓਰ ਨੂੰ ਸਟਾਰਟਅਪ ਬਿਜ਼ਨੈਸਸ ਆ ਉਹਨਾਂ ਦੀ ਹੈਲਪ ਕਰਦੇ ਹੈਗੇ ਆ। ਇਨੋਵੇਸ਼ਨ ਇਨਕੂਬੇਟਰ ਤੇ ਐਕਸਲਰੇਟਰ ਗ੍ਰਾਂਟਸ IIAG ਇਹ ਸਪੋਰਟ ਕਰਦਾ ਅਰਲੀ ਸਟੇਜ ਬਿਜ਼ਨੈਸਸ ਜਿਹੜੇ ਸਿਟੀ ਆਫ ਸੈਕਰਾਮੈਂਟੋ ਚ ਜਿਨ੍ਹਾਂ ਨੂੰ ਹੈਲਪ ਦੀ ਜ਼ਰੂਰਤ ਹੈਗੀ ਆ। ਇਹ ਮੇਅਰ ਡੈਰਲ ਸਟੇਨਬਰਗ ਆ, ਉਹਨਾਂ ਨੇ ਕਿਹਾ ਵੀ ਅਸੀਂ ਇਹ ਪ੍ਰੋਗਰਾਮ ਕ੍ਰੀਏਟ ਕੀਤਾ ਹੈਗਾ। ਕੰਪਨੀਜ਼ ਤੇ ਨਾਨ ਪ੍ਰੋਫਿਟ ਅਪਲਾਈ ਕਰ ਸਕਦੇ ਆ $1 ਲੱਖ ਤੱਕ ਦੀ ਗ੍ਰਾਂਟ ਦੇ ਲਈ। ਜੀ ਕਲੋਵਿਸ ਦੇ ਵਿੱਚ $400 ਮਿਲੀਅਨ ਦਾ ਇੱਕ ਬੌਂਡ ਮੇਜਰ ਇਸ ਵਾਰ ਬੈਲਟ ਦੇ ਉੱਤੇ, ਨਵੰਬਰ ਬੈਲਟ ਦੇ ਉੱਤੇ ਆ ਰਿਹਾ ਆ। ਇਹ ਕਲੋਵਿਸ ਯੂਨੀਫਾਈਡ ਸਕੂਲ ਬੋਰਡ ਨੇ ਇਸ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ। ਇਸ ਬੌਂਡ ਦੇ ਨਾਲ ਕਹਿੰਦੇ ਵੀ ਇਨਫਰਾਸਟ੍ਰਕਚਰ ਦੀ ਜਿਹੜੀ ਜ਼ਰੂਰਤ ਆ ਡਿਸਟ੍ਰਿਕਟ ਦੇ ਵਿੱਚ, ਜਿਨ੍ਹਾਂ 'ਚ ਕਈ ਸਕੂਲ ਸਾਈਟਸ ਨੂੰ ਅਪਗ੍ਰੇਡ ਕੀਤਾ ਜਾਊਗਾ। ਬ੍ਰੈਡਲੀ ਐਜੂਕੇਸ਼ਨਲ ਸੈਂਟਰ ਜਿਹੜਾ ਆ ਉਸ ਦੀ ਕੰਸਟਰਕਸ਼ਨ ਨੂੰ ਖਤਮ ਹੋਣਾ ਆ, ਤੇ ਕਲੋਵਿਸ ਸਾਊਥ ਹਾਈ ਸਕੂਲ ਦਾ ਜਿਹੜਾ ਨਵਾਂ ਬੇਸਿਕਲੀ ਘਰ ਆ ਉਹਨੂੰ ਜਿਹੜਾ ਉਹ ਪੂਰੀਆਂ ਕੀਤਾ ਜਾਣਾ ਆ। ਕਹਿੰਦੇ ਵੀ ਐਡੀਸ਼ਨਲ ਡਾਲਰਸ ਦੀ ਜ਼ਰੂਰਤ ਆ, ਜਿਸ ਦੇ ਵਿੱਚ ਕਹਿੰਦੇ ਮਿਡਲ ਸਕੂਲ ਕੰਪਲੀਟ ਕੀਤਾ ਜਾਊਗਾ ਤੇ ਹਾਈ ਸਕੂਲ ਸਟੂਡੈਂਟਸ ਨੂੰ ਜਿਹੜੇ ਸਰਵ ਨਹੀਂ ਕਰ ਸਕਦੇ ਉਹਨਾਂ ਦੇ ਲਈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ। ਸੋ ਕਹਿੰਦੇ ਵੀ ਹੁਣ $400 ਮਿਲੀਅਨ ਦੇ ਜਿਹੜੇ ਬੌਂਡਸ ਆ ਇਸ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਵੱਖ-ਵੱਖ ਫੈਸਿਲਿਟੀਜ਼ ਨੂੰ ਹੋਰ ਅੱਗੇ ਵਧਾਉਣ ਦੇ ਲਈ, ਅਪਡੇਟ ਕਰਨ ਦੇ ਲਈ ਜਿਹੜੇ ਉਹ ਲੱਗਣਗੇ। ਬੌਂਡ ਕਹਿੰਦੇ ਉਸ ਟਾਈਮ ਦੇ ਉੱਤੇ ਆਇਆ ਆ ਜਦ ਸਟੇਟ ਦੇ ਦੁਆਰਾ $10 ਬਿਲੀਅਨ ਬੌਂਡ ਮੇਜਰ ਨਵੰਬਰ ਬੈਲਟ ਦੇ ਉੱਤੇ, ਇਹ ਤਾਂ ਲੋਕਲ ਸਿਟੀ ਦੇ ਬੈਲਟ ਤੇ ਹੋਊਗਾ, ਇਹ ਜਿਹੜਾ ਨਾਲ ਦੇ ਨਾਲ ਸਟੇਟ ਬੈਲਟ ਦੇ ਉੱਤੇ $10 ਬਿਲੀਅਨ ਦਾ ਬੌਂਡ ਮੇਜਰ ਉਹ ਸਾਰਿਆਂ ਦੇ ਲਈ ਹੋਊਗਾ, ਜੋ ਕਿ ਸਕੂਲਸ ਨੂੰ ਜਿਹੜਾ ਅਵੇਲੇਬਲ ਹੋਊਗਾ ਜਿਹੜੀ ਇਹਦੀ ਮਨੀ ਆ ਜਿਨ੍ਹਾਂ ਦੇ ਕਰੰਟ ਬੌਂਡ ਮੇਜਰਸ ਚੱਲ ਰਹੇ ਆ। ਤੇ ਅੱਜ ਸਟਾਕ ਮਾਰਕੀਟ ਦੀ ਗੱਲ ਕਰੀਏ, ਸਟਾਕ ਮਾਰਕੀਟ 'ਚ ਕਾਫੀ ਝਟਕਾ ਲੱਗਾ। ਡਾਓ ਜੋਨ ਇੰਡਸਟਰੀਅਲ 500 ਤੋਂ ਵੱਧ ਪੁਆਇੰਟ ਜਿਹੜਾ ਆ ਉਹ ਡਾਊਨ ਗਿਆ ਹੈ। ਬਿਲਕੁਲ, ਕੱਲ 700 ਵੱਧ ਗਿਆ ਤੇ ਅੱਜ ਜਿਹੜਾ 533 ਪੁਆਇੰਟ ਘਟ ਕੇ ਡਾਓ ਜੋਨ 40,665 ਦੇ ਉੱਤੇ ਬੰਦ ਹੋਇਆ। S&P 43 ਪੁਆਇੰਟ ਘਟ ਕੇ 5545, ਨੈਸਡੈਕ 100 ਤੇ 26 ਪੁਆਇੰਟ ਘਟ ਕੇ 17,871 ਦੇ ਉੱਤੇ ਵੱਧ ਹੋਇਆ। ਸੋਨੇ ਦਾ ਭਾਅ $2437 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 year yield 4.19%, ਕ੍ਰਿਪਟੋ ਕਰੰਸੀ ਬਿਟਕੋਇਨ 63,578 ਤੇ ਇਥੀਰੀਅਮ 3404 US ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 66 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।